ਅਸੀਂ ਇਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਕਿ ਕਿੱਦਾਂ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਨਾਲ ਕਿਹੋ ਜਿਹੇ ਧੱਕੇ ਕਰਦੇ ਨੇ ਕਾਰਪੋਰੇਟਸ, ਕਿੱਦਾਂ ਹੇਰਾਫੇਰੀਆਂ ਕਰਕੇ ਉਹਨਾਂ ਨੂੰ ਨਕਲੀ ਚੀਜ਼ਾਂ ਸਪਰੇਆਂ ਸਪਲਾਈ ਕਰ ਦਿੰਦੇ ਨੇ। ਕਿ ਇੱਕ ਜਜ਼ਬੇ ਨੂੰ ਸਲਾਮ ਕਰਨਾ ਚਾਹੀਦਾ ਸਾਨੂੰ, ਇਹਨਾਂ ਬਜ਼ੁਰਗ ਮਾਤਾਵਾਂ ਨੂੰ ਜਿਹੜੀਆਂ ਆਪਣੇ ਹੱਕਾਂ ਦੀ ਖਾਤਰ ਇਸ ਵੇਲੇ ਲੜ ਰਹੀਆਂ ਨੇ। ਸੋ ਉਹਦਾ ਬੇਵਕੂਫ ਨੇ। ਅਸੀਂ ਤਾਂ ਬੋਲ ਪੰਜਾਬੀ ਮੰਚ ਵੱਲੋਂ ਇੱਕ ਉਹਦਾ ਡਿਕਲੇਅਰ ਕੀਤਾ ਸੀ ਕਿ ਗੈਟ ਵੈਲ ਸੂਨ ਕੰਗਣਾ, ਮਤਲਬ ਸਾਡੇ ਹਿਸਾਬ ਨਾਲ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ। ਸੋ ਉਹਨੂੰ ਇਸ ਵੇਲੇ ਦੁਆਵਾਂ ਦੀ ਲੋੜ ਹੈ, ਉਹਨੂੰ ਕੁੜੀ ਨੂੰ ਕਿ ਸਤਿ ਸ਼੍ਰੀ ਅਕਾਲ ਜੀ, ਮੈਂ ਕੇਬੀ ਬਰਾੜ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ। ਤੇ ਅੱਜ ਆਪਣੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਨੇ ਜੋ ਕਿ ਇੱਕ ਐਕਟਰ ਵੀ ਨੇ, ਪ੍ਰੋਡਿਊਸਰ ਵੀ ਨੇ ਤੇ ਨਾਲ ਦੀ ਨਾਲ ਇੱਕ ਬਹੁਤ ਹੀ ਵਧੀਆ ਰਾਈਟਰ ਵੀ ਨੇ। ਤੇ ਮੈਂ ਗੱਲ ਕਰ ਰਹੀ ਹਾਂ ਕੁਲਜਿੰਦਰ ਸਿੰਘ ਸਿੱਧੂ ਜੀ ਦੀ, ਜੋ ਆਪਣੇ ਨਾਲ ਅੱਜ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਸਤਿ ਸ਼੍ਰੀ ਅਕਾਲ। ਵੀ ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਓਕੇ ਸਰ, ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕਿਸਾਨਾਂ ਦੇ ਮੁੱਦੇ ਬਾਰੇ ਗੱਲ ਕਰਨਾ ਚਾਹਾਂਗੀ ਜੋ ਕਿ ਅੱਜ ਕੱਲ੍ਹ ਚੱਲ ਰਿਹਾ। ਤੁਸੀਂ ਜਿਵੇਂ ਸੋਸ਼ਲ ਮੀਡੀਆ 'ਤੇ ਵੀ ਹੈ ਨਾ ਕਾਫੀ ਇਹਦੇ ਬਾਰੇ ਸ਼ੇਅਰ ਕਰਦੇ ਹੋ, ਖੁਦ ਵੀ ਗਏ ਆ ਦਿੱਲੀ ਪ੍ਰੋਟੈਸਟ 'ਤੇ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਬਿਲਕੁਲ ਜੀ, ਇਸ ਵੇਲੇ ਤਾਂ ਹਰ ਕੋਈ, ਮੈਨੂੰ ਲੱਗਦਾ ਪੰਜਾਬੀ ਜਿਹੜਾ ਵੀ ਪੰਜਾਬ ਪ੍ਰਤੀ ਚੇਤਨਤਾ ਰੱਖਦਾ, ਥੋੜ੍ਹੀ ਬਹੁਤੀ ਸਮਝ ਰੱਖਦਾ, ਸੁਹਿਰਦ ਹੈ, ਉਹ ਇਸ ਵੇਲੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ, ਇਸ ਵੇਲੇ ਸਿਰਫ ਕਿਸਾਨੀ ਦਾ ਨਾਂ ਲੈ ਕੇ ਪੰਜਾਬੀਆਂ ਦਾ ਪੂਰਿਆਂ ਦਾ ਇੱਕ ਸੰਘਰਸ਼ ਹੋ ਗਿਆ। ਸੋ ਹਰ ਕੋਈ ਉਹਦੇ 'ਚ ਹਿੱਸਾ ਲੈ ਰਿਹਾ। ਸੋ ਮੈਂ ਵੀ ਉਹਦੇ 'ਚ ਹਿੱਸੇਦਾਰ ਹਾਂ, ਹਿੱਸਾ ਲੈ ਰਿਹਾ ਬਤੌਰ ਜਿਹੜਾ ਸਾਨੂੰ ਡਿਊਟੀ ਲੱਗੀ ਸੀਗੀ 26-27 ਨੂੰ, ਜਦੋਂ ਸਿੰਘੂ ਮੋਰਚਾ ਫਤਿਹ ਕਰਨਾ ਸੀ। ਅਸੀਂ ਉਹ ਸਾਰੇ ਉਸ ਟੀਮ 'ਚ ਸੀਗੇ। ਅਸੀਂ ਉਹ ਆਪਣੀ ਡਿਊਟੀ ਕਰਕੇ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਲੱਗੇ ਹੋਏ ਹਾਂ ਕਿ ਕਿਵੇਂ ਪੰਜਾਬ ਦੇ ਵਿੱਚ ਵੀ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ, ਉਹਨੂੰ ਇੱਥੋਂ ਵੀ ਸਪੋਰਟ ਪੂਰੀ ਮਿਲਦੀ ਰਹੇ। ਸੋ ਉਹਦੇ ਤਹਿਤ ਹੀ ਅਸੀਂ ਵੱਖ-ਵੱਖ ਸਮੇਂ 'ਤੇ ਆਪਣੇ ਪ੍ਰੋਗਰਾਮ ਦਿੰਦੇ ਰਹੀਦੇ ਆ ਕਿਸਾਨ ਜਥੇਬੰਦੀਆਂ ਦੇ ਨਾਲ ਅਲਾਈਨ ਕਰਕੇ। ਹੁਣ ਕਿਸਾਨ ਜਥੇਬੰਦੀਆਂ ਨੇ ਜਿੱਦਾਂ ਇੱਕ ਰਿਲੇ ਭੁੱਖ ਹੜਤਾਲ ਦਾ ਸਿਲਸਿਲਾ, ਜਿਹਨੂੰ ਕਹਿੰਦੇ ਆ ਲੜੀਵਾਰ ਭੁੱਖ ਹੜਤਾਲ ਦਾ ਸਿਲਸਿਲਾ, ਉੱਥੇ ਸ਼ੁਰੂ ਕੀਤਾ ਕਿ 11-11 ਬੰਦੇ 24 ਘੰਟੇ ਦੀ ਭੁੱਖ ਹੜਤਾਲ 'ਤੇ ਬੈਠਣਗੇ। ਅਤੇ ਪਹਿਲਾ ਬੈਚ ਉੱਠਿਆ, ਫਿਰ ਦੂਸਰਾ। ਸੋ ਅਸੀਂ ਉਸੇ ਨੂੰ ਸਪੋਰਟ ਕਰਦੇ ਹੋਈ ਇੱਕ ਕਾਲ ਦਿੱਤੀ ਹੈ ਬੋਲ ਪੰਜਾਬੀ ਮੰਚ ਵੱਲੋਂ ਕਿ 25 ਤਰੀਕ ਨੂੰ ਆਪਾਂ ਸਾਰੇ ਕ੍ਰਿਸਮਸ ਵਾਲੇ ਦਿਨ ਜਿਹੜੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪਣੇ ਸ਼ਹਿਰੀ ਲੋਕ ਵੀ ਜਾਂ ਹਰ ਵਰਗ ਦੇ ਲੋਕ ਇਕੱਠੇ ਹੋ ਕੇ ਕਿਸਾਨਾਂ ਦੀ ਸਪੋਰਟ ਵਿੱਚ ਆਪਾਂ ਇੱਕ ਦਿਨ ਦੀ ਭੁੱਖ ਹੜਤਾਲ ਕਰੀਏ। ਓਕੇ, ਜਿਵੇਂ ਕਿ ਸਰਕਾਰ ਦੇ ਵੱਲੋਂ ਵਾਰ-ਵਾਰ ਮੀਟਿੰਗਸ ਬੁਲਾਈਆਂ ਜਾ ਰਹੀਆਂ ਹੈ ਨਾ, ਜਾਂ ਫਿਰ ਇਸ ਸੰਘਰਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਮਤਲਬ ਉੱਥੇ ਲੜਕੀਆਂ ਨੂੰ ਭੇਜ ਦਿੱਤਾ ਜਾਂਦਾ ਜਾਂ ਸ਼ਰਾਬ ਦੀਆਂ ਬੋਤਲਾਂ ਸਿੱਟ ਦਿੱਤੀਆਂ ਜਾਂਦੀਆਂ ਹੈ ਨਾ। ਸਰਕਾਰ ਦੀਆਂ ਇਹਨਾਂ ਹਰਕਤਾਂ ਦੇ ਬਾਰੇ ਕੀ ਬੋਲਣਾ ਚਾਹੋਗੇ ਤੁਸੀਂ? ਦੇਖੋ, ਸਰਕਾਰ ਦੀ ਨਾ ਇਹਦੇ 'ਚੋਂ ਇਹੀ ਹੈ ਕਿ ਬਦਨੀਤੀ ਝਲਕਦੀ ਹੈ, ਸਿੰਸੀਅਰਿਟੀ ਨਹੀਂ ਹੈ। ਇਸ ਵੇਲੇ ਵੀ ਸਰਕਾਰ ਕੋਸ਼ਿਸ਼ ਕਰ ਰਹੀ ਆ, ਕਹਿ ਰਹੀ ਆ ਟੀਵੀ ਦੇ ਉੱਪਰ, ਬਾਕੀ ਮੀਡੀਅਮ ਦੇ ਉੱਪਰ ਕਿ ਜੀ ਅਸੀਂ ਕਿਸਾਨਾਂ ਨੂੰ ਸੱਦਾ ਦਿੰਦੇ ਹਾਂ, ਪਰ ਅਫੀਸ਼ੀਅਲ ਤੌਰ 'ਤੇ ਕੋਈ ਲੈਟਰ ਭੇਜੀ ਜਾਂਦੀ ਹੈ, ਉਹ ਅਜੇ ਤੱਕ ਕੋਈ ਨਹੀਂ ਪਹੁੰਚੀ ਉਹਨਾਂ ਕੋਲ। ਸੋ ਸਰਕਾਰ ਲੋਕਾਂ ਨੂੰ ਭਰਮਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਜਿਹੜੀ ਦੇਸ਼ ਦੀ ਜਨਤਾ ਹੈ ਉਹਨੂੰ ਕਿਸੇ ਤਰੀਕੇ ਦੇ ਨਾਲ ਗੁੰਮਰਾਹ ਕਰਕੇ ਕਿ ਅਸੀਂ ਤਾਂ ਬੜੇ ਚੰਗੇ ਹਾਂ ਜੀ, ਦੇਖੋ ਅਸੀਂ ਤਾਂ ਬਾਰ-ਬਾਰ ਮੀਟਿੰਗ ਲਈ ਕਹਿ ਰਹੇ ਹਾਂ, ਅਸੀਂ ਤਾਂ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਸਾਡੇ ਕੋਲ ਆ ਕੇ ਮੀਟਿੰਗ ਕਰੋ, ਮਸਲਾ ਹੱਲ ਕਰੀਏ। ਅਸੀਂ ਤਾਂ ਹਰ ਤਰੀਕੇ ਦੇ ਨਾਲ ਉਹ ਪ੍ਰੋਪੇਗੈਂਡਾ ਕਰ ਰਹੇ ਹਾਂ ਕਿ MSP ਵੀ ਦੇ ਰਹੇ ਹਾਂ ਜੀ, APMC ਵੀ ਅਸੀਂ ਕਹਿੰਦੇ ਹਾਂ ਨਹੀਂ ਹਟਣਗੀਆਂ। ਸੋ ਉਹ ਜਨਤਾ ਨੂੰ ਬੇਵਕੂਫ ਬਣਾਉਣ 'ਚ ਲੱਗੇ ਹੋਏ ਨੇ। ਅਤੇ ਜਿਹੜੇ ਅਸਲੀ ਜਿਹੜੀ ਧਿਰ ਹੈ, ਜਿਹੜੇ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਨਾਲ ਬਹਿ ਕੇ ਉਹਨਾਂ ਦੀ ਅੱਖ ਚੱਕ ਪਾ ਕੇ ਮਸਲੇ ਦਾ ਹੱਲ ਕੱਢਣ ਲਈ ਤਿਆਰ ਨਹੀਂ। ਸੋ ਸਰਕਾਰ ਦੀ ਟੋਟਲ ਮਿਲਾ ਕੇ ਨਾ ਮੈਨੂੰ ਇਹਦੇ 'ਚ ਬਦਨੀਤੀ ਲੱਗਦੀ ਆ। ਅਤੇ ਅਲਟੀਮੇਟਲੀ ਸਰਕਾਰ ਨੇ ਪ੍ਰੈਸ਼ਰ ਵਿੱਚ ਹੀ ਝੁਕਣਾ, ਅਤੇ ਉਹ ਪ੍ਰੈਸ਼ਰ ਬਣਾਉਣ ਦੇ ਵਿੱਚ ਜਿਹੋ ਜਿਹਾ ਵੀ ਕਿਸਾਨ ਜਥੇਬੰਦੀਆਂ ਪ੍ਰੋਗਰਾਮ ਦੇਣਗੀਆਂ, ਸਾਰੇ ਪੰਜਾਬੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਓਕੇ, ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਝੁਕਦੀ ਹੋਈ ਨਜ਼ਰ ਆ ਰਹੀ ਹੈ ਪੰਜਾਬੀਆਂ ਦੀ, ਸਾਰੇ ਦੇਸ਼ ਦੇ ਕਿਸਾਨਾਂ ਦੀ ਯੂਨਿਟੀ ਨੂੰ ਦੇਖਦੇ ਹੋਏ? ਬਿਲਕੁਲ ਜੀ, ਸਰਕਾਰ ਦੇਖੋ, ਸਰਕਾਰ ਨੇ ਬੜੇ ਪੈਂਤੜੇ ਬਦਲੇ ਆ, ਉਹ ਝੁਕਣ ਦੀਆਂ ਹੀ ਨਿਸ਼ਾਨੀਆਂ ਨੇ। ਕਿਉਂਕਿ ਸਰਕਾਰ ਜਦੋਂ ਇੱਥੇ ਪੰਜਾਬ 'ਚ ਸੰਘਰਸ਼ ਚੱਲ ਰਿਹਾ ਸੀ, ਉਦੋਂ ਉਹਨੇ ਕਦੀ ਮਤਲਬ ਕੋਈ ਚਿੰਤਾ ਨਹੀਂ ਸੀ ਉਹਨਾਂ ਨੂੰ, ਉਲਟਾ ਥ੍ਰੈਟ ਕਰ ਰਹੇ ਸੀਗੇ ਕਿ ਅਸੀਂ ਤੁਹਾਡੀਆਂ ਰੇਲਾਂ ਬੰਦ ਕਰ ਦਾਂਗੇ, ਅਸੀਂ ਆਹ ਕਰ ਦਾਂਗੇ। ਮਤਲਬ ਉਹ ਜਿੱਦਬਾਜ਼ੀ ਵਿੱਚ ਲੱਗੇ ਹੋਏ ਸੀ। ਸਰਕਾਰ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਮਤਲਬ ਮਾਈ ਬਾਪ ਉਹਨੂੰ ਕਿਹਾ ਜਾਂਦਾ ਸਰਕਾਰ ਨੂੰ ਕਿ ਯਾਰ ਤੁਸੀਂ ਮਤਲਬ ਪ੍ਰਜਾ ਨੂੰ ਖੁਸ਼ ਰੱਖਣਾ, ਉਹਨਾਂ ਦੀ ਗੱਲ ਨੂੰ, ਦੁੱਖਾਂ ਤਕਲੀਫਾਂ ਨੂੰ ਸੁਣਨਾ। ਤੁਸੀਂ ਉਹਦੇ ਨਾਲ ਹੀ ਜਿੱਦ ਕਰੀ ਜਾਂਦੇ ਹੋ, ਹੈ ਨਾ। ਰੇਲ ਮੰਤਰੀ ਕਹੀ ਜਾਂਦਾ ਹੈ ਕਿ ਜੇ ਤੁਸੀਂ ਮਾਲ ਗੱਡੀਆਂ ਰੋਕੋਗੇ ਤੇ ਅਸੀਂ ਪੈਸੰਜਰ ਗੱਡੀਆਂ ਰੋਕੋਗੇ ਤੇ ਅਸੀਂ ਮਾਲ ਗੱਡੀਆਂ ਵੀ ਨਹੀਂ ਆਉਣ ਦੇਣੀਆਂ। ਸੋ ਇਹੋ ਜਿਹੀਆਂ ਜਿੱਦਬਾਜ਼ੀਆਂ ਚੱਲ ਰਹੀਆਂ ਸੀ। ਪਰ ਜਿੱਦਾਂ ਮੋਰਚੇ ਤਿੱਖਾ ਹੋਇਆ, ਜਿੱਦਾਂ ਸੰਘਰਸ਼ ਦੇ ਵਿੱਚ ਆਮ ਲੋਕਾਂ ਦੀ ਸਪੋਰਟ ਹੋਈ, ਸਿੰਘੂ ਬਾਰਡਰ ਤੱਕ ਪਹੁੰਚ ਗਏ ਆਪਾਂ ਸਾਰੀਆਂ ਰੋਕਾਂ ਤੋੜਦੇ ਹੋਏ, ਸਰਕਾਰ ਝੁਕੀ, ਅਮਿਤ ਸ਼ਾਹ ਵਰਗੇ ਆਏ ਸਾਹਮਣੇ, ਆਓ ਜੀ ਗੱਲ ਕਰੋ ਜੀ, ਆਪ ਅਮਿਤ ਸ਼ਾਹ ਮੀਟਿੰਗਾਂ ਕਰ ਰਿਹਾ। ਸੋ ਸਰਕਾਰ ਝੁਕ ਰਹੀ ਹੈ। ਬਿਲਕੁਲ ਸਰਕਾਰ ਦੇ ਤੇਵਰ ਜਿਹੜੇ ਆ ਬਹੁਤ ਨਰਮ ਹੋਏ ਨੇ, ਬਹੁਤ ਠੰਡੇ ਪਏ ਹੋਏ ਨੇ। ਪਰ ਅਜੇ ਤੱਕ ਵੀ ਜਿਹੜੀ ਮੁੱਖ ਮੰਗ ਹੈ ਉਹਦੇ 'ਤੇ ਆ ਨਹੀਂ ਰਹੇ ਬਿੱਲ ਰੱਦ ਕਰਨ ਵਾਲੀ, ਕਿਉਂਕਿ ਸਰਕਾਰ ਨੇ ਬਹੁਤ ਵੱਡਾ ਕੋਈ ਉਹਦੇ 'ਚ
'ਚ ਘੁਟਾਲਾ ਆਲਰੇਡੀ ਕੀਤਾ ਲੱਗਦਾ ਹੈ ਕਿ ਵੱਡੇ ਵੱਡੇ ਕਾਰਪੋਰੇਟਸ ਤੋਂ ਅਡਾਨੀਆਂ ਬਾਨੀਆਂ ਤੋਂ ਬਹੁਤ ਵੱਡੀ ਮਾਇਆ ਦੇ ਗੱਫੇ ਲੈ ਲਏ ਨੇ, ਹੁਣ ਮੋੜਨੇ ਔਖੇ ਲੱਗ ਰਹੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਰਕਾਰ ਦੇ ਲਈ ਸਟੈਪ ਬੈਕ ਕਰਨਾ ਸਰਕਾਰ ਨੂੰ ਬੜਾ ਔਖਾ ਲੱਗ ਰਿਹਾ। ਪਰ ਜਿਸ ਹਿਸਾਬ ਨਾਲ ਕਿਸਾਨ ਲੱਗੇ ਹੋਏ ਨੇ, ਜਿਸ ਹਿਸਾਬ ਨਾਲ ਪੂਰੇ ਦੇਸ਼ ਦੀ ਸਪੋਰਟ ਹੈ ਇਸ ਅੰਦੋਲਨ ਨੂੰ, ਸੋ ਕਾਮਯਾਬ ਹੋਊਗਾ। ਓਕੇ, ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਹਰ ਇੱਕ ਮਾੜੀ ਚੀਜ਼ ਤੋਂ ਵੀ ਕੋਈ ਨਾ ਕੋਈ ਚੰਗੀ ਚੀਜ਼ ਨਿਕਲ ਕੇ ਆਉਂਦੀ ਹੈ? ਜਿਵੇਂ ਕਿ ਕਿਸਾਨਾਂ ਦਾ ਸੰਘਰਸ਼ ਹੀ ਲੈ ਲਓ, ਪੰਜਾਬ ਹਰਿਆਣਾ SYL ਦੇ ਮੁੱਦੇ ਤੇ ਲੜਦਾ ਹੁੰਦਾ ਸੀ ਹਮੇਸ਼ਾ, ਤੇ ਹੁਣ ਭਰਾਵਾਂ ਤਰ੍ਹਾਂ ਇੱਕ ਦੂਜੇ ਦੇ ਨਾਲ ਖੜੇ ਹੋਏ ਹੈ। ਹਾਂ ਬਿਲਕੁਲ ਕਿ ਵੀ ਦੇਖੋ, ਇਹ ਇੱਕ ਬਹੁਤ ਵਧੀਆ ਇੱਕ ਹੋਇਆ ਕਿ ਪੰਜਾਬ ਤੇ ਹਰਿਆਣਾ ਜਿਹੜੇ ਨੇ ਭਰਾਵਾਂ ਵਾਂਗ ਲੱਗੇ ਹੋਏ ਨੇ, ਹੈ ਨਾ। ਹਰਿਆਣਾ ਛੋਟਾ ਭਰਾ ਦੇ ਤੌਰ ਤੇ ਪੂਰਾ ਮੋਢੇ ਨਾਲ ਮੋਢਾ ਲਾ ਕੇ ਸਪੋਰਟ ਹੈ। ਉਹ ਉਦੋਂ ਹੀ ਸਪੋਰਟ ਸ਼ੁਰੂ ਹੋ ਗਈ ਸੀ ਜਿਸ ਦਿਨ ਆਪਾਂ ਇੱਥੇ ਸ਼ੰਭੂ ਮੋਰਚਾ ਜਾਂ ਉੱਥੋਂ ਘਨੌਰੀ ਵਾਲਾ ਜਿਹੜਾ ਸੀਗਾ ਨਾਕਾ ਤੋੜ ਕੇ ਨਿਕਲੇ ਸੀ, ਉਹਨਾਂ ਦੀ ਸਪੋਰਟ ਦੇ ਨਾਲ ਟੁੱਟੇ ਸੀ ਉਹ ਨਾਕੇ। ਉਸ ਦਿਨ ਤੋਂ ਇਹੋ ਜਿਹੀ ਸੋਲੀਡੈਰਿਟੀ ਬਣੀ ਹੈ, ਇਹੋ ਜਿਹਾ ਭਾਈਚਾਰਾ ਸਾਂਝ ਪਈ ਹੈ ਕਿ ਹੁਣ ਤਾਂ ਉਹ ਇਹੋ ਜਿਹੀਆਂ ਵੀ ਗੱਲਾਂ ਉੱਠ ਰਹੀਆਂ। ਮੈਂ ਕੱਲ ਪੜ੍ਹ ਰਿਹਾ ਸੀਗਾ ਕਿਤੇ ਕਿ ਉੱਥੋਂ ਹਰਿਆਣਾ ਵਾਲੀਆਂ ਕੋਈ ਜਥੇਬੰਦੀਆਂ ਕਹਿ ਰਹੀਆਂ ਕਿ ਸਾਨੂੰ ਦੁਬਾਰਾ ਤੋਂ ਇਕੱਠੇ ਕਰ ਦਿਓ, ਹੈ ਨਾ, ਵਿਛੜੇ ਭਰਾਵਾਂ ਨੂੰ, ਵੀ ਸਾਡਾ ਇੱਕ ਹੀ ਪੰਜਾਬ ਬਣਾ ਦਿਓ, ਸਾਨੂੰ ਹਰਿਆਣਾ ਨਹੀਂ ਚਾਹੀਦਾ, ਸਾਨੂੰ ਉਹੀ ਮਾਂ ਪੰਜਾਬ, ਵੱਡਾ ਪੰਜਾਬ ਹੀ ਚਾਹੀਦਾ। ਸੋ ਇਸ ਲੈਵਲ ਦਾ ਪਿਆਰ ਦੋਨਾਂ ਵਿੱਚ ਵਧਿਆ। ਜਿਹੜਾ ਪਾੜਾ ਪਾਇਆ ਗਿਆ ਸੀ ਪਹਿਲਾਂ ਹਿੰਦੂ ਸਿੱਖ ਦੇ ਨਾਮ ਤੇ ਜਾਂ SYL ਦੇ ਨਾਂ ਦੇ ਪਾਣੀਆਂ ਦੇ ਮੁੱਦੇ ਤੇ, ਉਹ ਪਾੜਾ ਬਹੁਤ ਇਸ ਅੰਦੋਲਨ ਕਰਕੇ ਮਿਟਿਆ। ਸੋ ਇਹ ਇੱਕ ਅਚੀਵਮੈਂਟ ਹੈ। ਇਸ ਤੋਂ ਇਲਾਵਾ ਮੈਂ ਕਹਿੰਦਾ ਤੁਹਾਨੂੰ, ਮੈਂ ਲੜੀ ਗਿਣਾਉਣ ਲੱਗੂੰਗਾ ਤੇ ਮਤਲਬ ਐਂਡ ਆਫ ਮਤਲਬ ਖ਼ਤਮ ਹੀ ਨਹੀਂ ਹੋਣੀ, ਐਡੀ ਲੰਬੀ ਲਿਸਟ ਹੈ ਜਿੰਨਾ ਕੁਛ ਅਸੀਂ ਆਲਰੇਡੀ ਇਸ ਸੰਘਰਸ਼ 'ਚੋਂ ਪ੍ਰਾਪਤ ਕਰ ਚੁੱਕੇ ਹਾਂ। ਅਸੀਂ ਨੌਜਵਾਨੀ ਨੂੰ ਸਹੀ ਪਾਸੇ ਲਾਉਣ 'ਚ ਕਾਮਯਾਬ ਹੋ ਗਏ ਹਾਂ ਇਸ ਅੰਦੋਲਨ ਦੇ ਰਾਹੀਂ। ਜਿਹੜੀ ਨੌਜਵਾਨੀ ਨਸ਼ਿਆਂ ਪਿੱਛੇ ਲੱਗੀ ਸੀ ਜਾਂ ਲੱਚਰ ਗਾਇਕਾਂ ਪਿੱਛੇ ਜਾਂ ਕੁਝ ਹੋਰ ਇਹੋ ਜਿਹੇ ਪੁੱਠੇ ਸਿੱਧੇ ਕੰਮ ਉਹਨਾਂ 'ਤੇ ਲੱਗੇ ਰਹਿੰਦੇ ਸੀ ਟਿਕਟੌਕ 'ਤੇ, ਉਹ ਦੇਖੋ ਕਿੰਨੇ ਚੇਤਨ ਹੋ ਗਏ ਨੇ, ਉਹਨਾਂ ਨੂੰ ਸੁਚੇਤ ਹੋ ਗਏ ਨੇ ਕਿ ਪੰਜਾਬ ਦੇ ਹੱਕਾਂ ਦੇ ਲਈ ਪਿੱਛੇ ਵੀ ਲੜਦੇ ਰਹੇ ਨੇ ਸਾਡੇ ਵੱਡੇ ਬਜ਼ੁਰਗ, ਤੇ ਅੱਜ ਵੀ ਲੜ ਰਹੇ ਨੇ। ਤੇ ਕਿਉਂ ਦਿੱਲੀ ਸਾਡੇ ਨਾਲ ਧੱਕਾ ਕਰਦੀ ਆ, ਤੇ ਪੰਜਾਬ ਤੇ ਦਿੱਲੀ ਦੀ ਇੱਕ ਰਵਾਇਤੀ ਜਿਹੜੀ ਹੈਗੀ ਆ ਇਹ ਟਕੜਿੱਕਾ, ਉਹ ਕਿਉਂ ਹੁੰਦਾ। ਸੋ ਉਹ ਬੜੀ ਚੇਤਨਤਾ ਤੇ ਇੱਕ ਜਾਗਰਤੀ ਇਸ ਅੰਦੋਲਨ ਕਰਕੇ ਆਈ ਆ, ਤੇ ਮੇਰੇ ਖਿਆਲ ਨਾਲ ਇਹ ਇੱਕ ਇਤਿਹਾਸ ਇੱਕ ਪਲਟਾ ਖਾ ਰਿਹਾ ਜਿਸ ਢੰਗ ਨਾਲ ਇਹ ਸਾਰਾ ਕੁਝ ਵਾਪਰ ਰਿਹਾ। ਕਦੇ ਉਮੀਦ ਨਹੀਂ ਸੀ ਕਰ ਸਕਦੇ ਕਿ ਇੰਨੀ ਵੱਡੇ ਪੱਧਰ ਤੇ ਇੱਥੋਂ ਅੰਦੋਲਨ ਉੱਠ ਸਕਦਾ ਪੰਜਾਬ 'ਚੋਂ। ਔਰ ਥੋੜ੍ਹੇ ਦਿਨ ਪਹਿਲਾਂ ਜਿਵੇਂ ਕੰਗਣਾ ਦੀ ਮੈਂ ਗੱਲ ਕਰਨਾ ਚਾਹੂੰਗੀ, ਉਹਨਾਂ ਨੇ ਟਵੀਟ ਕੀਤਾ ਸੀ ਹੈ ਨਾ, ਕਿ ਮਤਲਬ ਟੈਰਰਿਜ਼ਮ ਕਿਹਾ ਗਿਆ ਸੀ ਕਿਸਾਨਾਂ ਦੇ ਇਸ ਅੰਦੋਲਨ ਨੂੰ। ਉਹਨਾਂ ਦੇ ਟਵੀਟ ਬਾਰੇ ਅਗਰ ਤੁਸੀਂ ਕੁਝ ਬੋਲਣਾ ਚਾਹੋ। ਪਾਇਲ ਦਾ ਵੀ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਮੈਸੇਜ 'ਤੇ ਟਵੀਟ 'ਤੇ ਉਹਨਾਂ ਦੇ ਰਿਪਲਾਈ ਆ ਰਹੇ ਸੀ। ਹਾਂ ਬਿਲਕੁਲ, ਦੇਖੋ ਕੰਗਨਾ ਨੇ ਉਹ ਬਹੁਤ ਸ਼ੁਰੂ ਦੇ ਵਿੱਚ ਸਤੰਬਰ ਦੇ ਵਿੱਚ ਉਹ ਪਾਇਆ ਸੀ ਟਵੀਟ ਕਿ ਇਹ ਕਿਸਾਨ ਨਹੀਂ ਹੈ, ਟੈਰਰਿਸਟ ਨੇ। ਉਸ ਤੋਂ ਬਾਅਦ ਰਣਜੀਤ ਬਾਵੇ ਨੇ ਉਹਦਾ ਜਵਾਬ ਦਿੱਤਾ ਵੀ ਤੈਨੂੰ ਟੈਰਰਿਸਟ ਲੱਗਦੇ, ਆ ਕੇ ਦੇਖ। ਫਿਰ ਆਪਣੀ ਜਿਹੜੀ ਬੇਬੇ ਸੀਗੀ ਉਹਨੂੰ ਉਹਨੇ 100 ਰੁਪਏ ਵਾਲੀਆਂ ਪੇਡ ਵਰਕਰ ਦੇ ਤੌਰ ਤੇ ਕਿਹਾ ਕਿ ਪੇਡ ਹੈ ਉਹੀ ਸ਼ਹੀਨ ਬਾਗ ਵਾਲੀ ਦਾਦੀ ਆ, ਉੱਥੇ ਵੀ 100 ਰੁਪਇਆ ਲੈ ਕੇ ਪਹੁੰਚ ਜਾਂਦੀ ਸੀ। ਕਿਸਾਨ ਅੰਦੋਲਨ 'ਚ ਵੀ 100 ਰੁਪਇਆ ਲੈ ਕੇ ਇਹੋ ਜਿਹੀਆਂ ਬਜ਼ੁਰਗ ਔਰਤਾਂ ਮਿਲ ਜਾਂਦੀਆਂ। ਸੋ ਮਤਲਬ ਉਹਦੀ ਇਹਦੇ ਤੋਂ ਇਹੀ ਉਹਦੀ ਮਾਨਸਿਕਤਾ, ਉਹਦੀ ਘਟੀਆ ਮਾਨਸਿਕਤਾ ਦਾ ਪਤਾ ਲੱਗਦਾ ਕਿ ਉਹਦਾ ਲੈਵਲ ਕਿੰਨਾ ਲੋ ਹੈ, ਕਿੰਨਾ ਗਿਰ ਕੇ ਸੋਚਦੀ ਹੈ ਕਿ ਇੱਕ ਜਜ਼ਬੇ ਨੂੰ ਸਲਾਮ ਕਰਨਾ ਚਾਹੀਦਾ ਸਾਨੂੰ, ਇਹਨਾਂ ਬਜ਼ੁਰਗ ਮਾਤਾਵਾਂ ਨੂੰ ਜਿਹੜੀਆਂ ਆਪਣੇ ਹੱਕਾਂ ਦੀ ਖਾਤਰ ਇਸ ਵੇਲੇ ਲੜ ਰਹੀਆਂ ਨੇ। ਸੋ ਉਹਦਾ ਬੇਵਕੂਫ ਨੇ। ਅਸੀਂ ਤਾਂ ਬੋਲ ਪੰਜਾਬੀ ਮੰਚ ਵੱਲੋਂ ਇੱਕ ਉਹਦਾ ਡਿਕਲੇਅਰ ਕੀਤਾ ਸੀ ਕਿ ਗੈਟ ਵੈਲ ਸੂਨ ਕੰਗਣਾ, ਮਤਲਬ ਸਾਡੇ ਹਿਸਾਬ ਨਾਲ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ। ਸੋ ਉਹਨੂੰ ਇਸ ਵੇਲੇ ਦੁਆਵਾਂ ਦੀ ਲੋੜ ਹੈ, ਉਹਨੂੰ ਕੁੜੀ ਨੂੰ, ਕਿ ਉਹ ਵਿਚਾਰੀ ਆਪਣੀ ਮਾਨਸਿਕ ਰੋਗ 'ਚੋਂ ਬਾਹਰ ਆਵੇ, ਠੀਕ ਹੋਵੇ। ਤੇ ਫਿਲਮਾਂ 'ਚ ਚੰਗਾ ਕੰਮ ਕਰ ਰਹੀ ਸੀ, ਐਕਟਿੰਗ ਵਧੀਆ ਕਰ ਰਹੀ ਸੀ, ਉਹਨੂੰ ਉਹੀ ਕੰਮ ਕਰਨਾ ਚਾਹੀਦਾ। ਤੇ ਬਾਕੀ ਜੋ ਤੁਹਾਡੀਆਂ ਫਿਲਮਾਂ ਹੁੰਦੀਆਂ ਹੈ ਨਾ, ਯੋਧਾ ਹੋ ਗਈ, ਸਾਡਾ ਹੱਕ ਹੋ ਗਈ, ਮਿੱਟੀ, ਸਾਰੀਆਂ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਹੁੰਦੀਆਂ। ਤੁਹਾਨੂੰ ਲੱਗਦਾ ਕਿ ਮਿੱਟੀ ਫਿਲਮ ਕਿਤੇ ਨਾ ਕਿਤੇ ਰਿਲੇਟ ਕਰ ਰਹੀ ਹੈ ਅੱਜ ਦੇ ਹਾਲਾਤਾਂ ਦੇ ਨਾਲ? ਹਾਂਜੀ ਬਿਲਕੁਲ ਬਿਲਕੁਲ ਜੀ, ਮਿੱਟੀ ਬਹੁਤ ਜ਼ਿਆਦਾ ਰਿਲੇਟ ਕਰ ਰਹੀ ਹੈ ਕਿਉਂਕਿ ਮਿੱਟੀ ਦੇ ਵਿੱਚ ਅਸੀਂ ਇਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਕਿ ਕਿੱਦਾਂ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਨਾਲ ਕਿਹੋ ਜਿਹੇ ਧੱਕੇ ਕਰਦੇ ਨੇ ਕਾਰਪੋਰੇਟਸ, ਕਿੱਦਾਂ ਹੇਰਾਫੇਰੀਆਂ ਕਰਕੇ ਉਹਨਾਂ ਨੂੰ ਨਕਲੀ ਚੀਜ਼ਾਂ ਸਪਰੇਆਂ ਸਪਲਾਈ ਕਰ ਦਿੰਦੇ ਨੇ, ਜਾਂ ਉਹਨਾਂ ਦੇ ਜਿਹੜੇ ਸਹੀ ਮੁੱਲ ਜਾਂ ਉਹਦਾ ਨਾ ਮੁਆਵਜ਼ਾ ਨਹੀਂ ਮਿਲਦਾ ਕਿਸਾਨਾਂ ਦਾ, ਆਪਣੀਆਂ ਜੋ ਵੀ ਲੈ ਕੇ ਜਾਂਦੇ ਆ ਉਹਨਾਂ ਦੀ ਜਿਣਸ ਦਾ। ਸੋ ਉਹ ਸਾਰੀ ਗੱਲਬਾਤ ਕਰਦੀ ਹੋਈ ਮਿੱਟੀ ਫਿਲਮ ਸੀਗੀ। ਅਤੇ ਮਿੱਟੀ ਦੇ ਵਿੱਚ ਜਿਹੜਾ ਮੇਰਾ ਕਿਰਦਾਰ ਸੀ ਖਾਸ ਤੌਰ 'ਤੇ ਮੰਗਲ ਸਿੰਘ, ਇੱਕ ਕਿਸਾਨ ਲੀਡਰ ਦਾ, ਯੂਨੀਅਨ ਲੀਡਰ ਦਾ, ਅਤੇ ਉਹ ਕਿਸ ਢੰਗ ਦੇ ਨਾਲ ਲੋਕਾਂ ਨੂੰ ਲਾਮਬੰਦ ਕਰਕੇ ਉਹ ਉਹਨਾਂ ਦੇ ਕਾਰਪੋਰੇਟਸ ਦੇ ਵਿਰੁੱਧ ਜਾਂ ਸਰਕਾਰ ਦੇ ਕਰਪਟ ਮੰਤਰੀਆਂ ਦੇ ਵਿਰੁੱਧ ਉਹ ਲੜਦਾ। ਸੋ ਉਹ ਬਿਲਕੁਲ ਮੈਨੂੰ ਲੱਗਦਾ ਕਿ ਇੱਕ ਸਮੇਂ ਤੋਂ ਪਹਿਲਾਂ ਆਈ ਹੋਈ ਫਿਲਮ ਸੀਗੀ ਕਿ ਅਜੇ ਆਹ ਕੁਛ ਆਪਾਂ ਦੇਖਣਾ ਸੀ ਅੰਦੋਲਨ, ਪਰ ਮਿੱਟੀ 2 ਸਾਲ ਪਹਿਲਾਂ ਹੀ ਰਿਲੀਜ਼ ਹੋਈ। ਸੋ ਉਹ ਮੈਨੂੰ ਲੱਗਦਾ ਕਿ ਬਹੁਤ ਸੋਹਣਾ ਰਾਈਟਰ ਨੂੰ ਕ੍ਰੈਡਿਟ ਜਾਣਾ ਚਾਹੀਦਾ ਸਾਡੇ ਲਖਵਿੰਦਰ ਨੂੰ, ਜਿਹਨੇ ਉਹ ਕਹਾਣੀ ਲਿਖੀ ਸੀ। ਤਾਂ ਸਰ ਜੇ ਅਗਰ ਆਪਾਂ ਗੱਲ ਕਰੀਏ ਤੁਹਾਡੀ ਪਰਸਨਲ ਲਾਈਫ ਦੀ ਹੈ ਨਾ, ਕੋਈ ਵੀ ਫਿਲਮ ਦਾ ਜੋ ਤੁਹਾਨੂੰ ਆਫਰ ਆਉਂਦਾ ਹੈ, ਕਿਰਦਾਰ ਤੁਸੀਂ ਆਪਣਾ ਕਿਵੇਂ ਚੂਜ਼ ਕਰਦੇ ਆ ਕਿ ਹਾਂ ਮਤਲਬ ਮੈਂ ਇਹ ਪਲੇ ਕਰਨਾ ਹੈ ਕਿਰਦਾਰ, ਜਾਂ ਫਿਰ ਕਿਹੜੀਆਂ ਚੀਜ਼ਾਂ ਸੋਚਦੇ ਹੋ ਕਿ ਹਾਂ ਨਹੀਂ ਕਰਨੀਆਂ?
ਡੈਫੀਨੇਟਲੀ ਮੈਂ ਇਕੱਲੇ ਆਪਣੇ ਕਿਰਦਾਰ ਤੱਕ ਨਹੀਂ ਨਿਰਭਰ ਰਹਿੰਦਾ। ਮੈਨੂੰ ਹੁੰਦਾ ਕਿ ਓਵਰਆਲ ਸਕ੍ਰਿਪਟ ਕੀ ਹੈ, ਡਾਇਰੈਕਟਰ ਕੌਣ ਨੇ, ਸੋ ਕਿਹੋ ਜਿਹਾ ਸੈਟਅਪ ਹੈ, ਸੋ ਮੈਂ ਉਹਦੇ ਵਿੱਚ ਕੀ ਕਰ ਰਿਹਾ, ਕਿੰਨਾ ਕੁ ਕੰਟਰੀਬਿਊਟ ਕਰ ਰਿਹਾ ਉਸ ਕਹਾਣੀ ਦੇ ਵਿੱਚ ਬਤੌਰ ਹੈ ਨਾ ਕਿ ਕਿਹੋ ਜਿਹੀ ਮੇਰੀ ਆਪਣੀ ਭੂਮਿਕਾ ਹੈ, ਚਾਹੇ ਮੈਂ ਮੁੱਖ ਕਿਰਦਾਰ ਹਾਂ, ਚਾਹੇ ਮੇਰੇ ਕੋਲ ਕੋਈ ਵਿਲਨ ਦਾ ਕਿਰਦਾਰ ਹੈ ਜਾਂ ਕੋਈ ਵੀ। ਸੋ ਉਹ ਮੇਰਾ ਕ੍ਰਾਈਟੀਰੀਆ ਰਹਿੰਦਾ ਅਤੇ ਉਹਦੇ ਮੁਤਾਬਕ ਜਿਹੜੀਆਂ ਵੀ ਸਕ੍ਰਿਪਟਸ ਇਸ ਵੇਲੇ ਵੀ ਮੈਨੂੰ ਆਫਰ ਹੋ ਰਹੀਆਂ ਨੇ, ਸੋ ਮੈਨੂੰ ਕਿਹਾ ਜਾਂਦਾ ਇੰਡਸਟਰੀ 'ਚ ਕਿ ਮੈਂ ਕਾਫੀ ਚੂਜ਼ੀ ਹਾਂ, ਬਟ ਫਿਰ ਵੀ ਜੇ ਚੰਗੀ ਕਹਾਣੀ ਹੋਵੇ ਤਾਂ ਮੈਂ ਹਰ ਤਰੀਕੇ ਦੇ ਨਾਲ ਬਤੌਰ ਵਰਸਟਾਈਲ ਐਕਟਰ ਆਪਣੇ ਆਪ ਨੂੰ ਇਸਟੈਬਲਿਸ਼ ਕਰਨਾ ਚਾਹੁੰਦਾ। ਸੋ ਮੈਨੂੰ ਹੁੰਦਾ ਕਿ ਜਿਹੜਾ ਕੰਮ ਮੈਂ ਪਹਿਲਾਂ ਨਹੀਂ ਕੀਤਾ ਹੁਣ ਉਹ ਕਰਾਂ। ਸੋ ਉਹ ਮੇਰੀ ਭੁੱਖ ਬਤੌਰ ਐਕਟਰ ਰਹਿੰਦੀ ਹੈ। ਓਕੇ, ਤਾਂ ਮੈਂ ਚਾਹੂੰਗੀ ਹੁਣ ਕਿ ਇੱਕ ਹੈ ਨਾ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ, ਜੋ ਕਿਸਾਨ ਪ੍ਰੋਟੈਸਟ ਤੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ, ਉਹਨਾਂ ਦੀ ਇਕਜੁੱਟਤਾ ਬਣਾਈ ਰੱਖਣ ਦੇ ਲਈ ਕੀ ਤੁਸੀਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੋਗੇ? ਪਹਿਲੀ ਗੱਲ ਤਾਂ ਦੇਖੋ, ਜਿਹੜਾ ਯੰਗ ਮਾਈਂਡਸ ਹੁੰਦੇ ਨੇ, ਯੰਗਸਟਰ ਯੂਥ ਨੌਜਵਾਨ, ਉਹਨਾਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਹੁੰਦਾ। ਸੋ ਉਹਨਾਂ ਨੂੰ ਮੇਰੀ ਸਲਾਹ ਤਾਂ ਇਹੀ ਹੈ ਕਿ ਜੋਸ਼ ਦੇ ਨਾਲ ਹੋਸ਼ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕਿਸਾਨ ਅੰਦੋਲਨ ਜਿਹੜਾ ਵਾ ਹੁਣ ਤੱਕ ਸ਼ਾਂਤਮਈ ਤਰੀਕੇ ਦੇ ਨਾਲ 3 ਮਹੀਨਿਆਂ ਤੋਂ ਚੱਲ ਰਿਹਾ। ਸੋ ਇਹਨੂੰ ਆਪਾਂ ਸ਼ਾਂਤਮਈ ਹੀ ਰੱਖਣਾ ਹੈ। ਮਤਲਬ ਕਿਸੇ ਵੀ ਹਾਲਾਤ ਦੇ ਵਿੱਚ ਕੁਛ ਵੀ ਕਰ ਲਏ ਸਰਕਾਰ, ਆਪਾਂ ਭੜਕਾਹਟ ਵਿੱਚ ਨਹੀਂ ਆਉਣਾ ਅਤੇ ਕਿਸੇ ਵੀ ਤਰੀਕੇ ਸਰਕਾਰ ਨੂੰ ਇਸ ਅੰਦੋਲਨ ਨੂੰ ਲਾ ਐਂਡ ਆਰਡਰ ਦੀ ਸਮੱਸਿਆ ਕਹਿ ਕੇ ਨਜਿੱਠਣ ਦਾ ਮੌਕਾ ਨਹੀਂ ਦੇਣਾ, ਕਿਉਂਕਿ ਆਪਣੀ ਥੋੜ੍ਹੀ ਬਹੁਤੀ ਵੀ ਹਿੰਸਾ ਕਿਸੇ ਲੈਵਲ 'ਤੇ ਵੀ ਭੜਕ ਗਈ ਅਤੇ ਸਰਕਾਰ ਕੋਲ ਬਹੁਤ ਵਧੀਆ ਇੱਕ ਗੋਲਡਨ ਚਾਂਸ ਹੋਊਗਾ ਕਿ ਲਾ ਐਂਡ ਆਰਡਰ ਦੀ ਸਮੱਸਿਆ ਬਣ ਗਈ ਅਤੇ ਉਹ ਇਸ ਅੰਦੋਲਨ ਨੂੰ ਤਿੱਤਰ ਬਿੱਤਰ ਕਰ ਸਕਦੀ ਹੈ। ਸੋ ਨੌਜਵਾਨਾਂ ਨੂੰ ਇਹੀ ਹੈ ਕਿ ਉਹ ਜਾਬਤੇ ਵਿੱਚ ਰਹਿਣ, ਕੰਟਰੋਲ ਰੱਖਣ ਆਪਣੀਆਂ ਫੀਲਿੰਗਸ 'ਤੇ, ਆਪਣੇ ਇਮੋਸ਼ਨਸ 'ਤੇ, ਅਤੇ ਸ਼ਾਂਤਮਈ ਤਰੀਕੇ ਦੇ ਨਾਲ ਚੱਲਣ। ਚਾਹੇ ਉੱਥੇ ਮੈਂ ਕਹਿੰਦਾ ਵਰਸ ਟੂ ਵਰਸ ਸਿਚੁਏਸ਼ਨ ਵੀ ਆ ਜਾਏ, ਸੋ ਸ਼ਾਂਤਮਈ ਹੀ ਚੱਲਣਾ ਹੈ ਅਤੇ ਆਪਣੇ ਗੁਰੂਆਂ ਤੋਂ ਆਪਾਂ ਸੇਧ ਲੈਣੀ ਹੈ। ਗੁਰੂ ਅਰਜਨ ਦੇਵ ਸਾਹਿਬ ਤੋਂ, ਜਿਨ੍ਹਾਂ ਨੇ ਸ਼ਾਂਤਮਈ ਸ਼ਹੀਦੀ ਦਿੱਤੀ, ਗੁਰੂ ਤੇਗ ਬਹਾਦਰ ਸਾਹਿਬ ਤੋਂ, ਫਿਰ ਬਹੁਤ ਸਾਰੇ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਬਹੁਤ ਸਾਰੇ ਸਿੰਘ ਨੇ ਜਿਨ੍ਹਾਂ ਨੇ ਸ਼ਾਂਤਮਈ ਸ਼ਹੀਦੀਆਂ ਦਿੱਤੀਆਂ। ਸੋ ਮੈਂ ਤਾਂ ਇੱਥੇ ਤਾਂ ਕਹੂੰਗਾ ਕਿ ਸ਼ਹਾਦਤ ਦੇਣ ਦੀ ਵੀ ਲੋੜ ਪੈ ਗਈ ਤਾਂ ਆਪਾਂ ਸ਼ਾਂਤਮਈ ਹੀ ਦੇਣੀ। ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡੇ ਕੀਮਤੀ ਸਮੇਂ ਦੇ ਲਈ। ਤਾਂ ਦੋਸਤੋ, ਇਹ ਸੀ ਆਪਣੇ ਨਾਲ ਕੁਲਜਿੰਦਰ ਸਿੰਘ ਸਿੱਧੂ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਬਾਰੇ ਖਾਸ ਗੱਲਬਾਤ ਕੀਤੀ ਆਪਣੇ ਨਾਲ। ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪੰਜਾਬੀ ਟੇਸ਼ਨ।